हाँ जी, सब तो पहला स्वागत है ਤੁਹਾਡਾ ਲਰਨ ਵਿਦ ਦੀਪ ਚੈਨਲ ਵਿੱਚ। ਅਸੀਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਕਲਾਸ 6 ਦਾ 7th ਚੈਪਟਰ ਗੈਟਿੰਗ ਟੂ ਨੋ ਪਲਾਂਟਸ ਸਟਾਰਟ ਕੀਤਾ ਸੀਗਾ, ਜਿਹਦੇ ਵਿੱਚ ਅਸੀਂ ਹਰਬਸ, ਸ਼ਰਬਸ ਤੇ ਟਰੀਜ਼ ਬਾਰੇ ਪੜ੍ਹਿਆ ਸੀਗਾ। ਉਸ ਤੋਂ ਬਾਅਦ ਵਧੇ ਪਲਾਂਟਸ ਦੇ ਡਿਫਰੈਂਟ ਪਾਰਟਸ ਜਿਵੇਂ ਸਟੈਮ ਤੇ ਲੀਵਸ ਬਾਰੇ ਪੜ੍ਹਿਆ ਸੀਗਾ। ਅੱਜ ਅਸੀਂ ਇਸ ਵੀਡੀਓ ਵਿੱਚ ਰੂਟਸ ਨੂੰ ਕੰਟੀਨਿਊ ਕਰ ਰਹੇ ਹਾਂਗੇ। ਅਸੀਂ ਕੀ ਪੜ੍ਹਿਆ ਸੀਗਾ ਵੀ ਜਿਹੜੇ ਲੀਵਸ ਹੁੰਦੇ ਨੇਗੇ ਉਹ ਪੌਦੇ ਦੇ ਲਈ ਭੋਜਨ ਤਿਆਰ ਕਰਦੇ ਨੇਗੇ, ਅਤੇ ਜਿਹੜੀ ਸਟੈਮ ਹੁੰਦੀ ਹੈਗੀ ਉਹ ਉਹਨਾਂ ਨੂੰ ਭੋਜਨ ਜਿਹੜੇ ਤਿਆਰ ਕਰਨ ਲਈ ਪੱਤੇ ਨੂੰ ਪਾਣੀ ਚਾਹੀਦਾ ਹੁੰਦਾ ਗਾ, ਜਿਹੜੀ ਸਟੈਮ ਹੈਗੀ ਉਹ ਪਾਣੀ ਉਹਨਾਂ ਤੱਕ ਪਹੁੰਚਾਉਂਦੀ ਹੈਗੀ। ਉਸ ਤੋਂ ਬਾਅਦ ਅਸੀਂ ਅੱਜ ਦੇਖਣਾ ਵੀ ਸਟੈਮ ਦੇ ਵਿੱਚ ਪਾਣੀ ਕਿੱਥੋਂ ਆਉਂਦਾ ਗਾ, ਜਿਹੜੀ ਸਟੈਮ ਹੈਗੀ ਉਹ ਹੁਣ ਪਾਣੀ ਕਿੱਥੋਂ ਲੈ ਕੇ ਆਉਂਦੀ ਆ ਉਹਦੇ ਬਾਰੇ ਅਸੀਂ ਪੜ੍ਹਨਾ ਗਾ। ਜਿਹੜੀਆਂ ਰੂਟਸ ਨੇਗੀਆਂ ਉਹ ਸਟੈਮ ਤੱਕ ਪਾਣੀ ਪਹੁੰਚਾਉਂਦੀਆਂ ਨੇ, ਅਸੀਂ ਰੂਟਸ ਬਾਰੇ ਇਸ ਵੀਡੀਓ 'ਚ ਪੜ੍ਹਨਾ ਗਾ। ਲੁੱਕ ਐਟ ਫਿਗਰ 7.13 7.13 ਫਿਗਰ ਆ ਗਈ, ਇਹਦੇ ਵੱਲ ਦੇਖੋ। ਕਹਿੰਦੇ ਹੂ ਡੂ ਯੂ ਥਿੰਕ ਇਜ਼ ਵਾਟਰਿੰਗ ਦੇਅਰ ਪਲਾਂਟਸ ਕਰੈਕਟਲੀ, ਪਹੇਲੀ ਔਰ ਬੂਜੋ ਵਾਈ। ਕਹਿੰਦੇ ਜਿਹੜੀ ਲੜਕੀ ਹੈਗੀ ਇਹ ਹੈਗੀ ਗੀ ਪਹੇਲੀ, ਲੜਕਾ ਹੈਗਾ ਬੂਜੋ। ਇਹਨਾਂ 'ਚੋਂ ਪਹੇਲੀ ਅਤੇ ਬੂਜੋ 'ਚ ਕਹਿੰਦੇ ਕਿਹੜਾ ਗਾ ਜਿਹੜਾ ਸਹੀ ਪਾਣੀ ਦੇ ਰਿਹਾ ਗਾ। ਹੁਣ ਜਿਹੜੀ ਹੈਗਾ ਬੂਜੋ ਹੈਗਾ ਇਹ ਪੱਤਿਆਂ ਨੂੰ ਪਾਣੀ ਦੇ ਰਿਹਾ ਗਾ, ਜਿਹੜੀ ਪਹੇਲੀ ਹੈਗੀ ਉਹ ਰੂਟਸ ਨੂੰ ਪਾਣੀ ਦੇ ਰਹੀ ਆ। ਓਬਵੀਅਸਲੀ ਜਿਹੜੀ ਪਹੇਲੀ ਉਹ ਪਾਣੀ ਸਹੀ ਦੇ ਰਹੀ ਹੈ, ਕਿਉਂਕਿ ਜਿਹੜਾ ਪਾਣੀ ਹੈਗਾ ਉਹ ਰੂਟਸ ਰਾਹੀਂ ਜਾਂਦਾ ਗਾ ਪੱਤਿਆਂ, ਰੂਟਸ ਜਿਹੜੀ ਪਾਣੀ ਨੂੰ ਪਹੁੰਚਾਉਂਦੀਆਂ ਨੇ ਅੱਗੇ ਸਟੈਮ ਨੂੰ ਦਿੰਦੀਆਂ ਨੇ, ਫਿਰ ਸਟੈਮ ਪੱਤੇ ਤੱਕ ਲੈ ਕੇ ਆਉਂਦੀ ਆ। ਪੱਤਿਆਂ ਨੂੰ ਪਾਣੀ, ਪੱਤੇ ਜਿਹੜੀ ਪਾਣੀ ਪਲਾਂਟਸ ਤੱਕ ਨਹੀਂ ਪਹੁੰਚਾਉਂਦੇ ਅੱਗੇ ਉਹਦੇ ਦੂਸਰੇ ਪਾਰਟਸ ਤੱਕ। ਵਿਚ ਪਾਰਟ ਆਫ ਦਾ ਪਲਾਂਟ ਇਜ਼ ਇਨ ਦ ਸੋਇਲ, ਕਹਿੰਦੇ ਕਿਹੜਾ ਪਾਰਟ ਆ ਜਿਹੜਾ ਪਲਾਂਟ ਦਾ ਸੋਇਲ ਦੇ ਵਿੱਚ ਹੁੰਦਾ ਗਾ, ਰੂਟਸ। ਲੈਟ ਅਸ ਲਰਨ ਮੋਰ ਅਬਾਊਟ ਦਿਸ ਪਾਰਟ ਫਰੋਮ ਫੋਲੋਇੰਗ ਐਕਟੀਵਿਟੀਜ਼। ਹੁਣ ਅਸੀਂ ਐਕਟੀਵਿਟੀਜ਼ ਕਰਨੀਆਂ ਗੀਆਂ ਅਤੇ ਇਸ ਪਾਰਟ ਦੇ ਬਾਰੇ, ਰੂਟਸ ਦੇ ਬਾਰੇ ਹੋਰ ਅੱਗੇ ਪੜ੍ਹਨਾ ਗਾ। ਐਕਟੀਵਿਟੀ 6 ਯੂ ਵੁੱਡ ਰਿਕੁਆਇਰ 2 ਪੋਟਸ, ਸਮ ਸੋਇਲ, ਖੁਰਪੀ, ਬਲੇਡ ਔਰ ਅ ਪੇਅਰ ਆਫ ਸੀਜ਼ਰਸ ਐਂਡ ਵਾਟਰ। ਸਾਨੂੰ ਇਹਦੇ ਲਈ ਕੀ ਚਾਹੀਦਾ ਗਾ, 2 ਗਮਲੇ ਚਾਹੀਦੇ ਨੇਗੇ, ਮਿੱਟੀ ਚਾਹੀਦੀ ਥੋੜ੍ਹੀ ਜਿਹੀ, ਖੁਰਪੀ ਚਾਹੀਦੀ ਹੈਗੀ, ਬਲੇਡ ਚਾਹੀਦਾ ਗਾ, ਅਤੇ ਜਾਂ ਤੁਹਾਨੂੰ ਬਲੇਡ ਨਹੀਂ ਹੈਗਾ ਤਾਂ ਸੀਜ਼ਰ ਲੈ ਲਓ, ਅਤੇ ਵਾਟਰ ਚਾਹੀਦਾ ਗਾ। ਦਿਸ ਐਕਟੀਵਿਟੀ ਇਜ਼ ਟੂ ਬੀ ਡਨ ਇਨ ਗਰੁੱਪਸ ਆਫ 4 and 5 ਸਟੂਡੈਂਟਸ। ਇਸ ਐਕਟੀਵਿਟੀ ਨੂੰ 4-5 ਵਿਦਿਆਰਥੀਆਂ ਦੇ ਸਮੂਹ ਦੇ ਵਿੱਚ ਕਰਨਾ ਗਾ। ਸਿਲੈਕਟ 2 ਬੀਡਸ ਆਫ ਦ ਸੇਮ ਕਾਈਂਡ ਫਰੋਮ ਐਨ ਓਪਨ ਗਰਾਊਂਡ ਐਂਡ ਡਿਗ ਦੈਮ ਆਊਟ। ਕਹਿੰਦੇ 2 ਬੀਡਸ ਲੈਣੇ ਨੇ। ਬੀਡ ਕੀ ਹੁੰਦੇ ਨੇਗੇ, ਅਸੀਂ ਦੇਖਿਆ ਵੀ ਕਈ ਵਾਰ ਜਿਹੜੇ ਖੁੱਲ੍ਹਾ ਗਰਾਊਂਡ ਪਿਆ ਹੁੰਦਾ ਗਾ ਉਹਦੇ ਵਿੱਚ ਅਣਚਾਹੇ ਪੌਦੇ ਉੱਗ ਜਾਂਦੇ ਨੇ, ਜਿਹਨਾਂ ਨੂੰ ਅਸੀਂ ਉਗਾਇਆ ਨਹੀਂ ਹੁੰਦਾ, ਉਹ ਆਪਦੇ ਆਪ ਹੀ ਉੱਗ ਜਾਂਦੇ ਨੇ, ਜਿਹਨਾਂ ਦੀ ਸਾਨੂੰ ਲੋੜ ਨਹੀਂ ਹੁੰਦੀ ਗੀ, ਉਹਨਾਂ ਨੂੰ ਬੀਡਸ ਕਹਿੰਦੇ ਨੇਗੇ। ਕਹਿੰਦੇ ਇੱਕੋ ਤਰ੍ਹਾਂ ਦੇ ਬੀਡਸ ਲੈਣੇ ਨੇਗੇ ਅਤੇ ਉਹਨਾਂ ਨੂੰ ਪੁੱਟ ਕੇ ਬਾਹਰ ਕੱਢ ਲੈਣਾ ਗਾ ਜ਼ਮੀਨ 'ਚੋਂ। ਟੇਕ ਕੇਅਰ ਦੈਟ ਦੇਅਰ ਰੂਟਸ ਡੂ ਨਾਟ ਬ੍ਰੇਕ, ਇਹ ਧਿਆਨ ਰੱਖਣਾ ਵੀ ਉਹਨਾਂ ਦੀ ਜੜ੍ਹਾਂ ਨਾ ਟੁੱਟਣ। ਪਲਾਂਟ 1 ਆਫ ਦ ਬੀਡ ਇਨ ਦ ਸੋਇਲ ਇਨ ਪੋਟ ਏ। ਕਹਿੰਦੇ ਇੱਕ ਨੂੰ 2 ਪੋਟ ਦਿੱਤੇ ਨੇ ਏ ਅਤੇ ਬੀ, ਕਹਿੰਦੇ ਇੱਕ ਨੂੰ ਏ ਪੋਟ ਦੇ ਵਿੱਚ ਪਾ ਦਿਓ। ਕੱਟ ਆਫ ਦ ਰੂਟਸ ਫਰੋਮ ਦ ਅਦਰ ਬੀਡ ਐਂਡ ਪਲਾਂਟ ਇਟ ਇਨ ਦ ਸੋਇਲ ਇਨ ਪੋਟ ਬੀ। ਕਹਿੰਦੇ ਦੂਸਰਾ ਜਿਹੜਾ ਇੱਕ ਸੀਗਾ ਉਹਨੂੰ ਉਵੇਂ ਪਾ ਦਿਓ ਪੋਟ ਏ ਦੇ ਵਿੱਚ, ਏ ਗਮਲੇ 'ਚ। ਜਿਹੜਾ ਦੂਸਰਾ ਸੀ ਉਹਦੀਆਂ ਜੜ੍ਹਾਂ ਕੱਟ ਦਿਓ, ਜੜ੍ਹਾਂ ਕੱਟਣ ਤੋਂ ਬਾਅਦ ਉਸਨੂੰ ਦੂਸਰੇ ਬੀ ਗਮਲੇ 'ਚ ਪਾ ਦਿਓ। ਵਾਟਰ ਦੈਮ ਰੈਗੂਲਰਲੀ, ਉਹਨਾਂ ਨੂੰ ਰੋਜ਼ ਪਾਣੀ ਦਿੰਦੇ ਰਹੋ। ਓਬਜ਼ਰਵ ਦ ਪਲਾਂਟਸ ਆਫਟਰ ਅ ਵੀਕ, ਇੱਕ ਹਫ਼ਤੇ ਬਾਅਦ ਦੇਖੋ ਪਲਾਂਟਸ ਕਿਵੇਂ ਹੋ ਗਏ। ਆਰ ਬੋਥ ਪਲਾਂਟਸ ਹੈਲਦੀ, ਕੀ ਕਹਿੰਦੇ ਦੋਨੇ ਪਲਾਂਟਸ ਹੈਲਦੀ ਨੇਗੇ। ਓਬਵੀਅਸਲੀ ਗੱਲ ਹੈ ਵੀ ਜਿਹੜੀ ਹੁਣ ਪਲਾਂਟ ਦੀਆਂ ਆਪਾਂ ਰੂਟਸ ਹੀ ਕੱਟਤੀਆਂ ਉਹ ਤਾਂ ਗਰੋ ਕਰ ਹੀ ਨਹੀਂ ਰਿਹਾ ਹੁਣ ਅੱਗੇ, ਕਿਉਂਕਿ ਰੂਟਸ ਤੋਂ ਹੀ ਅੱਗੇ ਪਾਣੀ ਨੇ ਜਿਹੜਾ ਚੂਸਣਾ ਸੀ ਰੂਟਸ ਨੇ, ਅਤੇ ਜਦੋਂ ਅਸੀਂ ਉਹਨੂੰ ਹੁਣ ਨਾ ਹੀ ਨਹੀਂ ਕੀਤਾ, ਉਹਦੇ ਰੂਟਸ ਹੀ ਨਹੀਂ ਰਹੀਆਂ ਤਾਂ ਉਹ ਗਰੋ ਨਹੀਂ ਕਰ ਰਿਹਾ ਹੋਊਗਾ ਜਿਹੜਾ ਪੋਟ ਬੀ ਦੇ ਵਿੱਚ ਪਲਾਂਟ ਆ। ਬੋਥ ਦ ਪਲਾਂਟਸ ਆਰ ਵਾਟਰਡ ਰੈਗੂਲਰਲੀ ਬਟ ਵਨ ਇਜ਼ ਵਿਦਾਊਟ ਰੂਟਸ ਇਜ਼ ਨਾਟ ਇਟ। ਕਹਿੰਦੇ ਅਸੀਂ ਦੋਨਾਂ ਨੂੰ ਕੀ ਕੀਤਾ, ਰੈਗੂਲਰ ਪਾਣੀ ਪਾਇਆ, ਇੱਕੋ ਜਿਹਾ ਪਾਣੀ ਪਾਇਆ, ਪਰ ਜਿਹੜਾ ਕਹਿੰਦੇ ਰੂਟਸ ਤੋਂ ਬਿਨਾਂ ਸੀ ਜਿਹੜਾ ਪਲਾਂਟ ਉਹ ਤਾਂ ਉੱਥੇ ਹੈ ਹੀ ਨਹੀਂ ਸੀਗਾ, ਉਹ ਕਿਉਂਕਿ ਸੁੱਕ ਚੁੱਕਿਆ ਸੀਗਾ। ਡਜ਼ ਦਿਸ ਐਕਟੀਵਿਟੀ ਹੈਲਪ ਯੂ ਅੰਡਰਸਟੈਂਡ ਐਨ ਇੰਪੋਰਟੈਂਟ ਫੰਕਸ਼ਨ ਆਫ ਦ ਰੂਟਸ। ਕਹਿੰਦੇ ਇਸ ਐਕਟੀਵਿਟੀ ਤੁਸੀਂ ਸਮਝ ਗਏ ਹੋਵੋਗੇ ਵੀ ਜਿਹੜੀ ਰੂਟਸ ਨੇ ਉਹਨਾਂ ਦਾ ਕਿੰਨਾ ਇੰਪੋਰਟੈਂਟ ਫੰਕਸ਼ਨ ਹੈਗਾ ਪਲਾਂਟਸ ਦੇ ਲਈ, ਕਿਉਂਕਿ ਜੇ ਰੂਟਸ ਨਹੀਂ ਰਹੀਆਂ ਤਾਂ ਪਲਾਂਟ ਵੀ ਨਹੀਂ ਰਿਹਾ। ਲੈਟ ਅਸ ਡੂ ਐਨ ਐਕਟੀਵਿਟੀ ਟੂ ਸਟੱਡੀ ਇਨ ਅਦਰ ਫੰਕਸ਼ਨ ਆਫ ਰੂਟਸ। ਹੁਣ ਆਪਾਂ ਇੱਕ ਤਾਂ ਆਪਾਂ ਦੇਖਿਆ ਵੀ ਜਿਹੜੇ ਪਲਾਂਟਸ ਹੈਗੇ ਉਹ ਰੂਟਸ ਹੈਗੀਆਂ ਉਹ ਪਾਣੀ ਚੂਸਦੀਆਂ ਨੇਗੀਆਂ, ਇਸ ਕਰਕੇ ਬਹੁਤ ਜ਼ਿਆਦਾ ਇੰਪੋਰਟੈਂਟ ਨੇਗੀਆਂ, ਉਹਦੇ ਕਰਕੇ ਜਿਹੜਾ ਪਲਾਂਟ ਹੈਗਾ ਉਹ ਜਿੰਦਾ ਰਹਿੰਦਾ ਗਾ। ਆਪਾਂ ਹੋਰ ਐਕਟੀਵਿਟੀ ਨੂੰ ਕਰਨ ਦੇ ਲਈ ਅਸੀਂ ਹੋਰ ਜਿਹੜੀ ਪਲਾਂਟਸ ਦੇ ਫੰਕਸ਼ਨ ਨੂੰ ਕਰਨ ਦੇ ਲਈ ਐਕਟੀਵਿਟੀ ਕਰ ਰਹੇ ਹਾਂਗੇ। ਨੈਕਸਟ 7
बी वुड रिक्वायर सीड ऑफ ग्राम एंड मीज कॉटन वूल कतूरी एंड सम वाटर। इस एक्टिविटी ਨੂੰ ਕਰਨ ਦੇ ਲਈ ਸਾਨੂੰ ਗ੍ਰਾਮ ਦਾਣੇ ਚਾਹੀਦੇ ਨੇਗੇ, ਛੋਲਿਆਂ ਦੇ ਦਾਣੇ ਚਾਹੀਦੇ ਨੇਗੇ, ਮੱਕੀ ਦੇ ਦਾਣੇ ਚਾਹੀਦੇ ਨੇਗੇ, ਥੋੜ੍ਹੀ ਜਿਹੀ ਰੂੰ ਚਾਹੀਦੀ ਹੈਗੀ, ਇੱਕ ਕਟੋਰੀ ਚਾਹੀਦੀ ਹੈਗੀ ਅਤੇ ਥੋੜ੍ਹਾ ਜਿਹਾ ਪਾਣੀ ਚਾਹੀਦਾ ਗਾ। ਟੇਕ 2 ਕਟੋਰੀਜ਼, 2 ਕਟੋਰੀ ਲੈਣੀਆਂ ਨੇ, 2 ਕੌਲੀਆਂ ਲੈਣੀਆਂ ਨੇ। ਪਲੇਸ ਸਮ ਵੈਟ ਕਾਟਨ ਇਨ ਦੈਮ, ਉਹਨਾਂ 'ਚ ਰੂੰ ਨੂੰ ਗਿੱਲੀ ਕਰਕੇ ਪਾ ਦਿਓ ਦੋਨੇ ਕੌਲੀਆਂ 'ਚ। ਪੁੱਟ 3 or 4 ਸੀਡਸ ਆਫ ਗ੍ਰਾਮ ਇਨ ਵਨ ਐਂਡ ਮੀਜ਼ ਇਨ ਦ ਅਦਰ। ਇੱਕ ਕੌਲੀ 'ਚ 3-4 ਦਾਣੇ ਚਣੇ ਦੇ ਪਾ ਦਿਓ ਅਤੇ ਦੂਸਰੀ ਕੌਲੀ 'ਚ 3-4 ਦਾਣੇ ਮੱਕੀ ਦੇ ਪਾ ਦਿਓ। ਕੀਪ ਦ ਕਾਟਨ ਵੈਟ ਬਾਈ ਸਪ੍ਰਿੰਕਲਿੰਗ ਵਾਟਰ ਐਵਰੀ ਡੇ, ਹਰ ਉਹਨੂੰ ਪਾਣੀ ਪਾ ਕੇ ਜਿਹੜੀ ਰੂਹਾਂ ਨੂੰ ਗਿੱਲੀ ਰੱਖੋ। ਅੰਟਿਲ ਦ ਸਪਰੋਟਸ ਹੈਵ ਗਰੋਨ ਇਨਟੂ ਜੰਗ ਪਲਾਂਟ, ਜਦੋਂ ਤੱਕ ਜਿਹੜੇ ਸਪਰੋਟ ਆਪਾਂ ਪੜ੍ਹਿਆ ਸੀਗਾ ਫਸਟ ਚੈਪਟਰ ਦੇ ਵਿੱਚ, ਜਦੋਂ ਤੱਕ ਜਿਹੜੇ ਹੋਣਗੇ ਗ੍ਰਾਮਸ ਨੇ, ਦਾਣੇ ਨੇਗੇ, ਉਹ ਪੁੰਗਰ ਨਾ ਜਾਣ, ਉਹਨਾਂ ਚਿਰ ਉਹਨੂੰ ਗਿੱਲੇ ਰੱਖੋ। ਆਫਟਰ ਅ ਵੀਕ ਟਰਾਈ ਟੂ ਸੈਪਰੇਟ ਦ ਜੰਗ ਪਲਾਂਟਸ ਫਰੋਮ ਦ ਕਾਟਨ ਵੂਲ। ਇੱਕ ਹਫ਼ਤੇ ਬਾਅਦ ਜਿਹੜੇ ਉਹ ਜੰਗ ਪਲਾਂਟਸ ਬਣੇ ਸੀ, ਨਵੇਂ ਪੌਦੇ ਉੱਗਰੇ ਸੀ, ਬੀਜ ਉੱਗਰੇ ਆਏ ਸੀਗੇ, ਉਹਨਾਂ ਨੂੰ ਕਾਟਨ ਵੂਲ ਤੋਂ ਅਲੱਗ ਕਰ ਲਓ। ਵਾਜ਼ ਇਟ ਈਜ਼ੀ ਟੂ ਸੈਪਰੇਟ ਦ ਕਾਟਨ ਵੂਲ ਫਰੋਮ ਦ ਰੂਟਸ ਐਂਡ ਵਾਈ। ਕਹਿੰਦੇ ਕਿ ਜਿਹੜਾ ਉਹਨਾਂ ਨੂੰ ਕਾਟਨ ਦੀ ਜਿਹੜੀ ਵੂਲ ਸੀਗਾ, ਉਹ ਰੂੰ ਦੇ ਵਿੱਚੋਂ ਰੂਟਸ ਨੂੰ ਅਲੱਗ ਕਰਨਾ ਸੌਖਾ ਸੀਗਾ, ਅਤੇ ਕਿਉਂ? ਕਿਉਂਕਿ ਜੇ ਅਸੀਂ ਜਿਹੜੀ ਰੂੰ ਹੈਗੀ, ਰੂੰ 'ਚ ਆਪਾਂ ਚਣੇ ਦਾ ਈਜ਼ੀਲੀ ਲੈ ਲਾਂਗੇ ਬਾਹਰ, ਅਤੇ ਕਿਉਂਕਿ ਉਹਨਾਂ 'ਚ ਉਹਨਾਂ ਨੇ ਪਕੜ ਨਹੀਂ ਬਣਾਈ ਹੈਗੀ। ਜੇ ਅਸੀਂ ਕਿਸੇ ਮਿੱਟੀ 'ਚੋਂ ਪੌਦੇ ਨੂੰ ਪੁੱਟਣਾ ਹੋਵੇ ਥੋੜ੍ਹਾ ਮੁਸ਼ਕਿਲ ਹੈਗਾ ਐਜ਼ ਕੰਪੇਅਰ ਟੂ ਜਿਹੜਾ ਅਸੀਂ ਰੂੰ 'ਚੋਂ ਲੈਣਾ ਗਾ। ਇਨ ਐਕਟੀਵਿਟੀ 6 ਵੀ ਕੁਡ ਨਾਟ ਈਜ਼ਲੀ ਪੁੱਲ ਆਊਟ ਦ ਪਲਾਂਟਸ ਫਰੋਮ ਦ ਸੋਇਲ ਰਾਈਟ। ਕਹਿੰਦੇ ਜਿਹੜੀ ਅਸੀਂ ਐਕਟੀਵਿਟੀ 6 ਕੀਤੀ ਸੀ, ਅਸੀਂ ਬੀਡਸ ਲਏ ਸੀ ਗਰਾਊਂਡ ਦੇ ਵਿੱਚੋਂ, ਉਹ ਇੰਨਾ ਅਸੀਂ ਈਜ਼ਲੀ ਨਹੀਂ ਪੁੱਟ ਕੀਤੀ ਸੀ ਜਿੰਨਾ ਈਜ਼ਲੀ ਅਸੀਂ ਇਹ ਲੈ ਲਈ। ਵੀ ਡੱਗ ਦੈਮ ਆਊਟ, ਅਸੀਂ ਉਹਨਾਂ ਨੂੰ ਪੁੱਟ ਕੇ ਬਾਹਰ ਕੱਢਿਆ ਸੀਗਾ। ਦ ਰੂਟਸ ਹੈਲਪ ਇਨ ਹੋਲਡਿੰਗ ਦ ਪਲਾਂਟ ਫਰਮਲੀ ਇਨ ਦ ਸੋਇਲ। ਦੂਸਰਾ ਫੰਕਸ਼ਨ ਕੀ ਹੈਗਾ ਰੂਟਸ ਦਾ, ਵੀ ਉਹ ਹੋਲਡ ਕਰਕੇ ਰੱਖਦੇ ਨੇ, ਮਿੱਟੀ ਨੂੰ ਪਕੜ ਬਣਾ ਕੇ ਰੱਖਦੀਆਂ ਨੇਗੀਆਂ, ਉਹਨੂੰ ਖੁਰਨਾ ਨਹੀਂ ਦਿੰਦੀਆਂ। ਦੇ ਆਰ ਸੈਡ ਟੂ ਐਂਕਰ ਦ ਪਲਾਂਟ ਟੂ ਦ ਸੋਇਲ। ਦੂਸਰਾ ਇਹਨਾਂ ਦਾ ਫੰਕਸ਼ਨ ਕੀ ਹੈਗਾ, ਵੀ ਉਹ ਪੌਦੇ ਨੂੰ ਖੜਾ ਰੱਖਦੇ ਨੇਗੀਆਂ। ਰੂਟਸ ਦੇ ਸਹਾਰੇ ਜਿਹੜਾ ਪੌਦਾ ਗਾ ਉਹ ਖੜਾ ਰਹਿੰਦਾ, ਮਿੱਟੀ 'ਚ ਪਕੜ ਬਣਾ ਕੇ ਰੱਖਦਾ ਗਾ। ਜੇ ਰੂਟਸ ਨਾ ਹੋਣ ਤਾਂ ਆਪਾਂ ਈਜ਼ਲੀ ਉਹ ਪੌਦਾ ਜਿਹੜਾ ਡਿੱਗ ਸੀ। ਯੂ ਹੈਵ ਸੀਨ ਦੈਟ ਦੇਅਰ ਆਰ ਡਿਫਰੈਂਟ ਕਾਈਂਡ ਆਫ ਸਟੈਮਸ ਐਂਡ ਲੀਵਸ। ਕਹਿੰਦੇ ਆਪਾਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਸਟੈਮ 'ਤੇ ਡਿਫਰੈਂਟ ਕਾਈਂਡ ਦੇ ਸਟੈਮ 'ਤੇ ਲੀਵਸ ਹੁੰਦੇ ਨੇ। ਇਸੇ ਤਰ੍ਹਾਂ ਡੂ ਦ ਰੂਟਸ ਆਲਸੋ ਸ਼ੋ ਵੈਰਾਈਟੀ, ਕਹਿੰਦੇ ਰੂਟਸ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਨੇਗੀਆਂ। ਲੈਟ ਅਸ ਫਾਈਂਡ ਆਊਟ। ਹੁਣ ਆਪਾਂ ਇਹ ਦੇਖਦੇ ਹਾਂ, ਅਸੀਂ ਫੰਕਸ਼ਨ ਤਾਂ ਦੇਖ ਲਿਆ ਵੀ ਇੱਕ ਤਾਂ ਇਹਨਾਂ ਦਾ ਫੰਕਸ਼ਨ ਹੈਗਾ ਵੀ ਇਹ ਪਾਣੀ ਪਹੁੰਚਾਉਂਦੀਆਂ ਗੀਆਂ, ਪਾਣੀ ਚੂਸਦੀਆਂ ਸੋਇਲ ਦੇ ਵਿੱਚੋਂ। ਦੂਸਰਾ ਕਿ ਇਹ ਪੌਦੇ ਨੂੰ ਜਕੜ ਕੇ ਰੱਖਦੀਆਂ ਗੀਆਂ ਮਿੱਟੀ ਦੇ ਵਿੱਚ। ਹੁਣ ਅਸੀਂ ਦੇਖਣਾ ਵੀ ਰੂਟਸ ਦੀਆਂ ਕਿਹੜੀਆਂ ਟਾਈਪਸ ਹੁੰਦੀਆਂ ਨੇ, ਰੂਟਸ ਕਿਹੜੇ ਵੀ ਵੱਖ-ਵੱਖ ਟਾਈਪਸ ਦੀਆਂ ਹੁੰਦੀਆਂ ਨੇਗੀਆਂ। ਸਟੱਡੀ ਫਿਗਰ 7.16 ਫਿਗਰ ਹੈਗੀ, ਇਹਨੂੰ ਦੇਖੋ। ਇਹਦੇ ਵਿੱਚ ਇੱਕ ਆਪਾਂ ਉਹਦਾ ਮੱਕੀ ਦਾ ਅਤੇ ਉਹਦਾ ਚਣੇ ਦਾ ਜਿਹੜਾ ਦਾਣਾ ਰਹਿਤਾ ਸੀ, ਉਹਨੇ ਜੜ੍ਹਾਂ ਗਰੋ ਕੀਤੀਆਂ ਨੇ। ਇਹਨਾਂ ਜੜ੍ਹਾਂ ਨੂੰ ਧਿਆਨ ਨਾਲ ਦੇਖੋ। ਕਹਿੰਦੇ now look at the root of the gram plant you have pulled out from the cotton wool। ਆਪਾਂ ਜਿਹੜੇ ਰੂੰ ਦੇ ਵਿੱਚੋਂ ਬਾਹਰ ਕੱਢਿਆ ਸੀਗਾ ਉਹਦਾ ਚਣੇ ਦਾ ਦਾਣੇ, ਉਹਨਾਂ ਦੇ ਜਿਹੜੇ ਜੜ੍ਹਾਂ ਸੀਗਾ ਉਹਨਾਂ ਨੂੰ ਕਹਿੰਦੇ ਦੇਖੋ। do they look like the roots shown in figure 7.16 or those in 7.16b। ਕਹਿੰਦੇ ਜਿਹੜੇ ਚਣੇ ਸੀ ਉਹਨਾਂ ਦੇ ਰੂਟਸ ਦੇਖੋ ਵੀ ਇੱਦਾਂ ਨੇਗੀਆਂ ਜਿਵੇਂ A ਅਤੇ B ਦੇ ਦਿਖਾਈਆਂ ਨੇ। A ਦੇ ਵਿੱਚ ਮੱਕੀ ਦੇ ਦਾਣੇ ਤੇ ਨਿਕਲੀਆਂ ਨੇ ਜਿਹੜੀਆਂ ਜੜ੍ਹਾਂ ਨੇਗੀਆਂ, B ਦੀਆਂ ਚਣੇ ਦੇ ਦਾਣੇ 'ਚੋਂ। how about the roots of maize plant। ਕਹਿੰਦੇ ਮੱਕੀ ਦੇ ਜਿਹੜੇ ਦਾਣੇ ਸੀਗੇ, ਉਹਦੀ ਮੱਕੀ ਦਾ ਜਿਹੜਾ ਪੌਦਾ ਸੀ ਉਹਦੇ ਜੜ੍ਹਾਂ ਕਿੱਦਾਂ ਦੀਆਂ ਨੇਗੀਆਂ, ਜਿਵੇਂ A ਦੇ ਵਿੱਚ ਦਿਖਾਇਆ ਗਿਆ ਹੈਗਾ। ਰਾਈਟ ਗ੍ਰਾਮ ਔਰ ਮੇਜ਼ ਇਨ ਦ ਬਲੈਂਕ ਸਪੇਸ ਇਨ ਦ ਫਿਗਰ ਆਫਟਰ ਮੈਚਿੰਗ ਦ ਰੂਟਸ ਵਿਦ ਦ ਫਿਗਰ। ਹੁਣ ਇਹਦੇ ਵਿੱਚੋਂ ਦੇਖਣਾ ਗਾ ਜਿਹੜਾ A ਆ, ਇਹ ਵਾਲੀ ਫਿਲਿੰਗ ਦ ਬਲੈਂਕਸ ਹੈਗੀ, ਇਹਦੇ ਵਿੱਚ ਮੇਜ਼ ਲਿਖਣਾ, ਜਿਹੜੀ ਦੂਸਰੀ ਹੈਗੀ ਉਹਦੇ ਵਿੱਚ ਗ੍ਰਾਮ ਲਿਖਣਾ, ਵੀ ਗ੍ਰਾਮ ਦੇ ਰੂਟਸ ਨੇਗੀਆਂ। ਇਨ ਵਟ ਵੇ ਆਰ ਦ ਰੂਟਸ ਆਫ ਗ੍ਰਾਮ ਐਂਡ ਮੇਜ਼ ਸਿਮਿਲਰ। ਕਹਿੰਦੇ ਕਿਹੜੇ ਵੀ ਦੋਨੇ ਜਿਹੜੇ ਸਿਮਿਲਰ ਕਿਵੇਂ ਨੇ, ਕੀ ਸਮਾਨਤਾਵਾਂ ਨੇਗੀਆਂ ਗ੍ਰਾਮ ਪਲਾਂਟ ਦੇ ਜਿਹੜਾ ਚਨੇ ਦਾ ਪੌਦਾ ਉਹਦੇ ਰੂਟਸ ਦੇ ਵਿੱਚ ਅਤੇ ਮੱਕੀ ਦੇ ਪੌਦੇ ਦੇ ਰੂਟਸ ਦੇ ਵਿੱਚ। ਇਨ ਵਟ ਵੇ ਆਰ ਦੇ ਡਿਫਰੈਂਟ, ਅਤੇ ਕਿਹੜੇ ਤਰੀਕਿਆਂ ਨਾਲ ਡਿਫਰੈਂਟ ਨੇ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਡਿਫਰੈਂਟ ਨੇ ਦੋਨਾਂ ਦੀ ਜੜ੍ਹਾਂ ਦੇ ਵਿੱਚ। ਦੇयर ਸੀਮ ਟੂ ਬੀ 2 ਡਿਫਰੈਂਟ ਟਾਈਪਸ ਆਫ ਰੂਟਸ ਇਜ਼ ਇਨ ਇਟ। ਇਹ ਦੋਨੇ ਕੀ ਨੇ, ਕਹਿੰਦੇ ਡਿਫਰੈਂਟ ਟਾਈਪ ਦੀਆਂ ਰੂਟਸ ਨੇਗੀਆਂ। ਆਰ ਦੇਅਰ ਆਲਸੋ ਅਦਰ ਟਾਈਪ ਆਫ ਰੂਟਸ, ਕਹਿੰਦੇ ਹੋਰ ਵੀ ਤਰ੍ਹਾਂ ਦੀਆਂ ਰੂਟਸ ਹੁੰਦੀਆਂ ਨੇਗੀਆਂ। ਲੈਟ ਅਸ ਫਾਈਂਡ ਆਊਟ। ਹੁਣ ਆਪਾਂ ਦੇਖਦੇ ਹਾਂ ਕਿ ਉਹਦੇ ਲਈ ਅਸੀਂ ਐਕਟੀਵਿਟੀ 9 ਕਰ ਦਿਆਂਗੇ ਵੀ ਹੋਰ ਕਿਹੜੇ ਤਰ੍ਹਾਂ ਦੀਆਂ ਰੂਟਸ ਹੁੰਦੀਆਂ ਨੇਗੀਆਂ। ਗੋ ਟੂ ਐਨ ਓਪਨ ਗਰਾਊਂਡ ਵੇਅਰ ਮੈਨੀ ਬੀਡਸ ਆਰ ਗਰੋਇੰਗ।
ਕਹਿੰਦੇ ਇੱਕ ਖੁੱਲੇ ਮੈਦਾਨ 'ਚ ਜਾਓ ਜਿੱਥੇ ਬਹੁਤ ਸਾਰੇ ਬੀਡ ਉੱਗੇ ਹੁਣ। ਬੀਡ ਵਿੱਚ ਪਹਿਲੀ ਗੱਲ ਕੀਤੀ ਸੀ ਜਿਹੜੇ ਅਣਚਾਹੇ ਪੌਦੇ ਉੱਗੇ ਹੁੰਦੇ ਨੇ ਗੇ। ਡਿਗ ਆਊਟ ਆ ਫਿਊ ਬੀਡਸ, ਵਿੱਚ ਕੁਝ ਪੌਦੇ ਬਾਹਰ ਪੁੱਟ ਲਓ। ਵਾਸ਼ ਦ ਸੋਇਲ ਆਫ ਦ ਰੂਟਸ ਐਂਡ ਓਬਜ਼ਰਵ ਦੈਮ, ਫਿਰ ਉਹਨਾਂ ਦੀ ਜਿਹੜੀ ਜੜ੍ਹਾਂ ਸੀ ਮਿੱਟੀ, ਉਹਨਾਂ ਤੋਂ ਜੜ੍ਹਾਂ ਨੂੰ ਧੋ ਕੇ ਮਿੱਟੀ ਲਾ ਦਿਓ ਜੜ੍ਹਾਂ ਤੋਂ ਅਤੇ ਉਹਨੂੰ ਧਿਆਨ ਨਾਲ ਦੇਖੋ। Do's you have find that all the beads that you have dug out have either the kind of roots shown in 7.17 or in 7.17b। ਹੁਣ A ਤੇ B ਦੋ ਫਿਗਰ ਦਿੱਤੇ ਹੋਏ ਨੇ। ਕਹਿੰਦੇ ਤੁਸੀਂ ਜਿਹੜੇ ਬੀਡਸ ਲਏ ਉਹ 'ਚੋਂ ਦੇਖਿਓ ਵੀ ਉਹਨਾਂ ਦੀਆਂ ਜੜ੍ਹਾਂ ਇਹਨਾਂ ਵਰਗੀਆਂ ਹੈਗੀਆਂ ਨੇ A ਤੇ B ਵਰਗੀਆਂ। ਕਈ ਬੀਡਸ ਹੋਣਗੇ ਜਿਨ੍ਹਾਂ ਦੀ ਜੜ੍ਹਾਂ A ਵਰਗੀਆਂ ਹੋਣਗੀਆਂ, ਫਿਗਰ A ਵਰਗੀਆਂ, ਅਤੇ ਕਈ ਹੋਣਗੇ ਜਿਨ੍ਹਾਂ ਦੀ ਫਿਗਰ B ਵਰਗੀਆਂ ਹੋਣਗੀਆਂ। ਜਿਹੜੀਆਂ ਫਿਗਰ A ਦੇ ਜੜ੍ਹਾਂ ਨੇਗੀਆਂ ਇਹ ਸਿੱਧੀਆਂ ਨੇ ਅਤੇ ਇਹਨੂੰ ਆਪਾਂ ਟੈਪ ਰੂਟਸ ਕਹਿੰਦੇ ਹਾਂ। ਜਿਹੜੀਆਂ B ਦੇ ਵਿੱਚ ਨੇਗੀਆਂ ਉਹਨਾਂ ਨੂੰ ਆਪਾਂ ਫਾਈਬਰਸ ਰੂਟਸ ਕਹਿੰਦੇ, ਕਿਉਂਕਿ ਇਹਨਾਂ ਦੇ ਕਾਫੀ ਜ਼ਿਆਦਾ ਫੈਲੀਆਂ ਜਿਹੀਆਂ ਹੋਈਆਂ ਨੇ। Far roots of the kind shown in the main root is called taproot and the smaller roots are called lateral roots। ਹੁਣ ਜਿਹੜੀਆਂ ਫਿਗਰ A ਹੈਗੀ ਇਹਦੇ ਵਿੱਚ ਜਿਹੜੀਆਂ ਰੂਟਸ ਦਿਖਾਈਆਂ ਗਈਆਂ ਨੇ, ਜਿਹੜੀ ਤੱਕ ਦਾ ਮੇਨ ਰੂਟ ਆ ਉਹਨਾਂ ਆਪਾਂ ਟੈਪ ਰੂਟ ਕਹਿੰਦੇ ਆ। ਜਿਹੜੇ ਛੋਟੇ ਛੋਟੇ ਉਹਦੇ ਸਾਈਡ 'ਤੇ ਰੂਟਸ ਨਿਕਲੇ ਹੋਈਆਂ ਨੇ ਉਹਨਾਂ ਨੂੰ ਆਪਾਂ ਲੇਟਰਲ ਰੂਟਸ ਕਹਿੰਦੇ ਹੈਗੇ। ਦੋਜ਼ ਦੈਟ ਹੈਵ ਫਾਈਬਰਸ ਰੂਟਸ the small plants with the roots as shown in 7.17 we do not have any main root। ਜਿਹੜੀ ਹੁਣ 7b ਫਿਗਰ ਸੀਗੀ ਉਹਦੇ ਵਿੱਚ ਕੋਈ ਮੇਨ ਰੂਟ ਨਹੀਂ ਹੈਗੀ। all roots seem similar and these are called fibrous roots। ਜਿਹੜੀਆਂ ਹੁਣ B ਫਿਗਰ ਹੈਗੀ ਉਹਦੇ ਵਿੱਚ ਕੋਈ ਮੇਨ ਰੂਟ ਨਹੀਂ ਹੈਗੀ, ਉਹਨੂੰ ਆਪਾਂ ਫਾਈਬਰਸ ਰੂਟਸ ਕਹਿੰਦੇ ਹੈਗੇ। ਜਿਹੜੀ A ਫਿਗਰ ਹੈਗੀ ਉਹ 'ਚ ਮੇਨ ਰੂਟ ਹੈਗੀ ਜਿਹਨੂੰ ਟੈਪ ਰੂਟ ਕਹਿੰਦੇ, ਅਤੇ ਸਾਈਡ ਵਾਲੀਆਂ ਜਿਹੜੀਆਂ ਛੋਟੀਆਂ ਨੇਗੀਆਂ ਉਹਨਾਂ ਨੂੰ ਲੇਟਰਲ ਰੂਟਸ ਕਹਿੰਦੇ ਹੈਗੇ। Do you notice that separate the beads you have collected into A, those that have tap roots and those have fibrous roots। ਹੁਣ ਜਿਹੜੇ ਤੁਸੀਂ ਬੀਡਸ ਲਏ ਸੀ ਉਹਨੂੰ ਤੁਸੀਂ ਸੈਪਰੇਟ ਆਊਟ ਕਰ ਲਓ ਵੀ ਕਿਹਨਾਂ ਦੇ ਜਿਹੜੀਆਂ ਰੂਟਸ ਨੇ ਟੈਪ ਰੂਟ ਨੇ, ਕਿਹਦੀਆਂ ਫਾਈਬਰਸ ਰੂਟਸ ਨੇਗੀਆਂ। ਲੁੱਕ ਐਟ ਦ ਲੀਵਸ ਆਫ ਦ ਪਲਾਂਟਸ ਇਨ ਗਰੁੱਪ A। ਕਹਿੰਦੇ ਹੁਣ ਉਹਨਾਂ ਦੇ ਪੱਤੇ ਵੀ ਦੇਖੋ ਵੀ ਜਿਨ੍ਹਾਂ ਦੇ ਪੱਤੇ, ਜਿਹਨਾਂ ਦੀਆਂ ਜੜ੍ਹਾਂ ਨੇ ਜਿਹੜੀਆਂ ਟੈਪ ਰੂਟ ਉਹਨਾਂ ਦੇ ਪੱਤੇ ਕਿੱਦਾਂ ਦੇ ਨੇਗੇ। ਬਟ ਕਾਈਂਡ ਆਫ ਬੈਨੇਸ਼ਨ ਡੂ ਦੇ ਹੈ, ਉਹਨਾਂ 'ਚ ਬਨੇਸ਼ਨ ਕਿੱਦਾਂ ਦੀ ਆ। ਬਨੇਸ਼ਨ ਆਪਾਂ ਪੜ੍ਹਿਆ ਸੀਗਾ ਲੀਵਸ ਦੇ ਵਿੱਚ ਵੀ ਉਹਨਾਂ 'ਚ ਲਾਈਨਾਂ ਹੁੰਦੀਆਂ ਨੇਗੀਆਂ ਜਿਹਨਾਂ ਨੂੰ ਬਨੇਸ਼ਨ ਕਹਿੰਦੇ ਆ, ਜਾਲੀਦਾਰ ਜੀਆਂ। ਬਟ ਕਾਈਂਡ ਆਫ ਬਨੇਸ਼ਨ ਡੂ ਯੂ ਸੀ ਫਾਰ ਪਲਾਂਟ ਆਫ ਗਰੁੱਪ B। ਅਤੇ ਜਿਨ੍ਹਾਂ ਦੀਆਂ B ਪਲਾਂਟ ਸੀ ਜਿਹਦੇ ਵਿੱਚ ਕੀ ਸੀ ਫਾਈਬਰਸ ਰੂਟਸ ਸੀਗੀਆਂ, ਉਹਨਾਂ ਦੇ ਪੱਤੇ ਕਿੱਦਾਂ ਦੇ ਆ। Do you notice that leaf venation and the type of roots in plant are related in very interesting way। ਕਹਿੰਦੇ ਕੀ ਤੁਸੀਂ ਇਹ ਗੱਲ ਨੋਟ ਕੀਤੀ ਵੀ ਜਿਹੜੇ ਲੀਫ ਬਨੇਸ਼ਨ ਸੀ, ਪੱਤੇ ਦੇ ਜਿਹੜੇ ਉਹ ਸੀ ਉਹਦੇ ਧਾਰਾਂ ਜਿਹੀਆਂ ਹੁੰਦੀਆਂ ਨੇ ਪੱਤੇ ਦੇ ਉੱਤੇ, ਉਹ ਅਤੇ ਜਿਹੜੇ ਰੂਟਸ ਦੀਆਂ ਉਹ ਇੱਕ ਦੂਸਰੇ ਨਾਲ ਰਿਲੇਟਡ ਨੇਗੀ। ਜਿਵੇਂ ਇੱਕ ਟੇਬਲ ਬਣਾਇਆ 7.2 ਕੈਨ ਯੂ ਮੈਚ ਦ ਟਾਈਪ ਆਫ ਲੀਫ ਬਨੇਸ਼ਨ ਐਂਡ ਟਾਈਪ ਆਫ ਰੂਟਸ ਆਫ ਸਮ ਪਲਾਂਟਸ ਜੋ ਹੈ ਸਟੱਡੀ ਇਨ ਆਲ ਐਕਟੀਵਿਟੀ। 7.2 ਫਿਗਰ ਹੈਗਾ ਉਹਦੇ ਵਿੱਚ ਆਪਾਂ ਲਿਖਣਾ ਗਾ ਵੀ ਕਿਹੜਾ ਪਲਾਂਟ ਆ, ਉਹਦੀ ਜੜ੍ਹਾਂ ਕਿੱਦਾਂ ਦੀਆਂ, ਉਹਦੇ 'ਚ ਪੱਤੇ ਦੀ ਬਨੇਸ਼ਨ ਕਿੱਦਾਂ ਦੀ ਹੈਗੀ। ਆਪਾਂ ਪੱਤੇ ਦੀ ਬਨੇਸ਼ਨ ਬਾਰੇ ਪੜ੍ਹਿਆ ਸੀਗਾ ਵੀ ਜਿਹੜੇ ਇੱਕ ਤਾਂ ਸਮਾਨ ਅੰਤਰ ਹੁੰਦੇ ਨੇ ਜਿਨ੍ਹਾਂ ਦੀਆਂ, ਅਤੇ ਇੱਕ ਦੋ ਪੱਤੇ ਪੜ੍ਹੇ ਸੀ ਆਪਾਂ ਲੀਵਸ ਬਾਰੇ। ਅਤੇ ਜੇ ਤੁਹਾਨੂੰ ਆਪਾਂ ਯਾਦ ਹੋਵੇ ਜਿਹੜੇ ਹੁੰਦੇ ਨੇਗੇ ਇੱਕ ਤਾਂ ਹੁੰਦੇ ਨੇ ਸਮਾਨ ਅੰਤਰ, ਇੱਕ ਤਾਂ ਸੀਗੀ ਰੈਕਟੀਕੂਲੇਟ ਜਿਨ੍ਹਾਂ ਦੀਆਂ ਕੀ ਸੀਗੀਆਂ ਜਿਵੇਂ A ਫਿਗਰ ਆ ਗਈ, ਅਤੇ ਦੂਸਰਾ ਸੀਗਾ ਪੈਰਲਲ ਵੀ ਆਪਾਂ ਦੇਖਣਾ ਵੀ ਕਿਹਦੇ ਜਿਹੜੇ ਪੈਰਲਲ ਆ ਗਏ ਲੀਵਸ, ਕਿਹਦੇ ਰੈਕਟੀਕੂਲੇਟ ਆ ਗਈ। ਕਹਿੰਦੇ ਹੁਣ ਜਿਹੜਾ ਬੂਜੋ ਸੀ ਉਹਦੇ ਮਾਈਂਡ 'ਚ ਕੁਐਸਚਨ ਆਇਆ ਵੀ ਅਸੀਂ ਉਹਦਾ ਦੇਖ ਲਿਆ ਵੀ ਜਿਹੜਾ ਪੱਟ ਕੇ ਤਾਂ ਦੇਖ ਲਾਂਗੇ ਵੀ ਜਿਹੜੇ ਵੀ ਜਿਹੜਾ ਕਿਹੜੇ ਪੌਦੇ ਨੇ ਜਿਹੜਾ ਫਾਈਬਰਸ ਨੇ, ਕਿਹੜੀਆਂ ਟੈਪ ਰੂਟ ਨੇਗੀਆਂ। ਵੀ ਕਹਿੰਦੇ ਅਸੀਂ ਬਿਨਾਂ ਪੱਟੇ ਜੜ੍ਹਾਂ ਨੂੰ, ਬਿਨਾਂ ਪੌਦੇ ਨੂੰ ਮਿੱਟੀ 'ਚੋਂ ਖਾੜੇ ਵੀ ਦੱਸ ਸਕਦੇ ਹਾਂ ਵੀ ਕਿਹਦੀ ਜੜ੍ਹਾਂ ਕਿੱਦਾਂ ਨੇ। ਹਾਂ ਅਸੀਂ ਪੱਤਿਆਂ ਤੋਂ ਦੇਖ ਕੇ ਦੱਸ ਸਕਦੇ ਹਾਂਗੇ ਵੀ ਕਿਹਦੀ ਜੜ੍ਹਾਂ ਕਿੱਦਾਂ ਨੇਗੀਆਂ, ਕਿਉਂਕਿ ਜਿਹੜੇ ਮਤਲਬ ਆਪਾਂ ਹੁਣੀ ਜਿਵੇਂ ਦੇਖਿਆ ਵੀ ਜਿਹੜੀਆਂ ਹੈਗੀਆਂ ਨੇ ਪੈਰਲਲ ਜਿਹਦੀਆਂ ਤੋਂ ਹੋਣਗੀਆਂ ਜਿਵੇਂ ਜਿਹੜਾ A ਫਿਗਰ ਹੈਗੀ ਇਹਦੇ ਵਿੱਚ ਕਿਹਨੇ ਪੱਤੇ ਨੇ ਜਿਹੜੇ ਸਾਰੇ ਰੈਕਟੀਕੂਲੇਟ ਨੇਗੀਆਂ, ਅਤੇ ਇਹਦੀ ਜੜ੍ਹਾਂ ਕਿਹੜੀਆਂ ਟੈਪ ਰੂਟ ਨੇ। ਜਿਹਦੇ ਪੈਰਲਲ ਨੇ, ਪੈਰਲਲ ਦੀਆਂ ਜੜ੍ਹਾਂ ਕੀ ਹੁੰਦੀਆਂ ਨੇ ਫਾਈਬਰਸ ਹੁੰਦੀਆਂ ਨੇ ਰੂਟਸ ਉਹਦੀਆਂ। ਵੀ ਹੈਵ ਲਰਨਡ ਦੈਟ ਰੂਟਸ ਅਬਜ਼ਰਵ ਵਾਟਰ ਐਂਡ ਮਿਨਰਲਸ ਫਰੋਮ ਦ ਸੋਇਲ ਐਂਡ ਅਸੀਂ ਕੀ ਪੜ੍ਹਿਆ, ਅਸੀਂ ਦੇਖਿਆ ਵੀ ਜਿਹੜੇ ਰੂਟਸ ਨੇਗੀਆਂ ਉਹ ਵਾਟਰ ਅਤੇ ਮਿਨਰਲਸ ਨੂੰ ਓਬਜ਼ਰਵ ਕਰਦੀਆਂ ਨੇਗੀਆਂ ਸੋਇਲ ਤੋਂ। ਐਂਡ ਸਟੈਮ ਕੰਡਕਟ ਦੀਸ ਟੂ ਲੀਵਸ, ਅਤੇ ਜਿਹੜੀ ਸਟੈਮ ਹੈਗੀ ਉਹ ਇਹਨਾਂ ਨੂੰ ਲੀਵਸ ਤੱਕ ਲੈ ਕੇ ਜਾਂਦੀ ਹੈਗੀ। ਐਂਡ ਅਦਰ ਪਾਰਟਸ ਆਫ ਦ ਪਲਾਂਟ, ਅਤੇ ਪਲਾਂਟ ਦੇ ਦੂਸਰੇ ਪਾਰਟਸ ਤੱਕ ਪਹੁੰਚਾਉਂਦੀ ਆ। ਦ ਲੀਵਸ ਪ੍ਰਪੇਅਰ ਫੂਡ, ਜਿਹੜੇ ਪੱਤੇ ਹੈਗੇ ਉਹ ਭੋਜਨ ਤਿਆਰ ਕਰਦੇ ਨੇ। ਦਿਸ ਫੂਡ ਟਰੈਵਲ ਥਰੂ ਦ ਸਟੈਮ, ਇਹ ਜਿਹੜਾ ਹੁਣ ਫੂਡ
ਹੁਣ ਜੜ੍ਹਾਂ ਜਿਹੜੀ ਸਟੈਮ ਸੀਗੀ ਉਹ ਪਾਣੀ ਤੇ ਮਿਨਰਲਸ ਤਾਂ ਲੈ ਕੇ ਆਉਂਦੀ ਹੈ ਪੱਤਿਆਂ ਤੱਕ, ਪਰ ਜਿਹੜੇ ਪੱਤਿਆਂ ਨੇ ਭੋਜਨ ਤਿਆਰ ਕੀਤਾ ਉਹ ਵੀ ਜੜ੍ਹਾਂ ਤੱਕ ਪਹੁੰਚਦਾ ਜਾਂ ਹੋਰ ਪਾਰਟਸ ਤੱਕ ਪਹੁੰਚਦਾ ਗਾ, ਉਹਨੂੰ ਵੀ ਸਟੈਮ ਆ ਜਿਹੜੀ ਉਹ ਜੜ੍ਹਾਂ ਤੱਕ ਜਾਂ ਪਲਾਂਟ ਦੇ ਹੋਰ ਪਾਰਟਸ ਤੱਕ ਪਹੁੰਚਾਉਂਦੀ ਆ। ਇਹ ਸਟੋਰਡ ਇਨ ਡਿਫਰੈਂਟ ਪਾਰਟਸ ਆਫ ਪਲਾਂਟ, ਤੇ ਇਹ ਜਿਹੜਾ ਫੂਡ ਹੈਗਾ ਉਹਨੂੰ ਫਿਰ ਸਟੋਰ ਕੀਤਾ ਜਾਂਦਾ ਡਿਫਰੈਂਟ ਪਾਰਟਸ ਆਫ ਪਲਾਂਟ ਦੀ। We eat some of these as roots like carrot, radish, sweet potato, turnip and tapioca। ਕਹਿੰਦੇ ਅਸੀਂ ਬਹੁਤ ਸਾਰੇ ਜਿਹੜੇ ਰੂਟਸ ਨੇਗੇ ਉਹ ਖਾਂਦੇ ਹੈਗੇ, ਜਿਵੇਂ ਗਾਜਰ ਮੂਲੀ ਕੀ ਸੁਣਦੇ ਰੂਟਸ ਖਾਂਦੇ ਹੈਗੇ, ਉਹ ਆਪਾਂ ਐਜ਼ ਏ ਫੂਡ ਯੂਜ਼ ਕਰਦੇ ਹੈਗੇ। We also eat many other parts of plant where the food is stored। ਅਸੀਂ ਹੋਰ ਵੀ ਬਹੁਤ ਸਾਰੇ ਪਲਾਂਟਸ ਖਾਂਦੇ ਜਿਨ੍ਹਾਂ ਦੇ ਵਿੱਚ ਫੂਡ ਸਟੋਰ ਹੁੰਦਾ, ਕਿਸੇ ਅਸੀਂ ਤਣਾ ਖਾਂਦੇ ਹਾਂ, ਕਿਸੇ ਜਾਂ ਕੋਈ ਗ੍ਰੇਨ ਖਾਂਦੇ ਹੈਗੇ। Those who agree that stem is like a two-way street, ਕਿ ਤੁਸੀਂ ਇਸ ਗੱਲ ਨਾਲ ਐਗਰੀ ਕਰ ਦਿਓਗੇ ਵੀ ਜਿਹੜੀ ਸਟੈਮ ਹੁੰਦੀ ਹੈਗੀ ਉਹ ਦੋ ਵੇ ਜਿਹੜੇ ਉਹ ਕਰਦੀ ਹੈਗੀ, ਦੋ ਉਹਦੇ ਦੋ ਮਤਲਬ ਰਸਤੇ, ਇੱਕ ਤਾਂ ਉਹ ਫੂਡ ਨੂੰ, ਇੱਕ ਤਾਂ ਫੂਡ ਪਹੁੰਚਾਉਂਦੀ ਹੈਗੀ, ਇੱਕ ਪਾਣੀ ਪਹੁੰਚਾਉਂਦੀ ਹੈਗੀ, ਮਤਲਬ ਇੱਕ ਚੀਜ਼ ਨੀਚੇ ਜਾਂਦੀ ਇੱਕ ਚੀਜ਼ ਉੱਪਰ ਜਾਂਦੀ ਹੈਗੀ। ਰਾਈਟ ਔਨ ਵਟ ਗੋਜ਼ ਅਪ ਦ ਸਟੈਮ ਐਂਡ ਵਟ ਕਮਸ ਡਾਊਨ, ਇਹ ਆਪਾਂ ਲਿਖਣਾ ਗਾ ਵੀ ਕੀ ਜਾਂਦਾ ਤੇ ਕੀ ਆਉਂਦਾ। In the next section we will study about the structure of flower। ਅਗਲੇ ਪਾਰਟ ਦੇ ਵਿੱਚ ਸਟਰਕਚਰ ਬਾਰੇ ਪੜਾਂਗੇ ਫਲਾਵਰ ਦੀ ਬਾਰੇ। ਜਿਸ ਅਸੀਂ ਕੀ ਪੜਿਆ, ਜਿਵੇਂ ਹੁਣ ਜਿਹੜੀ ਫੂਡ ਹੈਗਾ ਉਹ ਨੀਚੇ ਆਉਂਦਾ ਜੜ੍ਹਾਂ ਤੱਕ ਸਟੈਮ ਦੇ ਰਾਹੀਂ, ਤੇ ਜਿਹੜਾ ਵਾਟਰ ਤੇ ਮਿਨਰਲਸ ਨੇ ਉੱਪਰ ਜਾਂਦੇ ਨੇਗੇ ਪੱਤਿਆਂ ਤੱਕ ਸਟੈਮ ਦੇ ਰਾਹੀਂ।